ਹਾਂਜੀ ਬੱਚਿਓ, ਗੁੱਡ ਮਾਰਨਿੰਗ। ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦਾ ਦੂਜੀ ਕਿਤਾਬ ਦਾ ਚੌਥਾ ਚੈਪਟਰ, ਜਿਸ ਦਾ ਨਾਮ ਹੈ ਇੰਡੀਆਜ਼ ਐਕਸਟਰਨਲ ਰਿਲੇਸ਼ਨ। ਭਾਰਤ ਦੇ ਬਾਹਰੀ ਸੰਬੰਧ, ਜਾਂ ਆਪਾਂ ਕਹਿ ਸਕਦੇ ਹਾਂ ਭਾਰਤ ਦੇ ਵਿਦੇਸ਼ੀ ਸੰਬੰਧ। ਹਾਂਜੀ ਬੱਚਿਓ, ਅੱਜ ਆਪਾਂ ਭਾਰਤ ਦੇ ਵਿਦੇਸ਼ੀ ਸੰਬੰਧ ਕਰਾਂਗੇ। ਜੇ ਆਪਾਂ ਗੱਲ ਕਰੀਏ ਕਿ ਭਾਰਤ ਦੇ ਵਿਦੇਸ਼ੀ ਸੰਬੰਧ ਕਿੱਦਾਂ ਦੇ ਨੇ, ਤਾਂ ਭਾਰਤ ਦੇ ਵਿਦੇਸ਼ੀ ਸੰਬੰਧ ਬਹੁਤ ਹੀ ਵਧੀਆ ਨੇ। ਸਾਰੇ ਦੇਸ਼ਾਂ ਨਾਲ ਹੀ ਫਰੈਂਡਲੀ ਰਿਲੇਸ਼ਨ ਨੇ। ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ, ਭਾਵੇਂ ਕਿ ਉਹ ਤੁਹਾਡੇ ਚੈਪਟਰ ਦੇ ਵਿੱਚ ਨਹੀਂ ਦੱਸੀਆਂ ਗਈਆਂ ਸਾਰੀਆਂ, ਪਰ ਆਪਾਂ ਥੋੜ੍ਹਾ ਡਿਸਕਸ ਕਰ ਲੈਂਦੇ ਹੈਗੇ ਕਿ ਜਿਹੜੇ ਭਾਰਤ ਦੇ ਰਿਲੇਸ਼ਨ ਨੇ ਉਹ ਗੁੱਟ ਨਿਰਪੇਖਤਾ ਵਾਲੇ ਨੇ, ਜਿਹਨੂੰ ਨੈਮ ਬੋਲਦੇ ਆ। ਨੈਮ ਦਾ ਜੇਕਰ ਤੁਹਾਡੇ ਚੈਪਟਰ ਦੇ ਵਿੱਚ ਹੈਗਾ ਗਾ, ਨੌਨ ਅਲਾਈਨ ਮੂਵਮੈਂਟ। ਜਦੋਂ ਦੁਨੀਆ ਦੇ ਵਿੱਚ ਕੋਲਡ ਵਾਰ ਚੱਲ ਰਿਹਾ ਸੀ, ਕੋਲਡ ਵਾਰ ਦੇ ਸਮੇਂ ਦੌਰਾਨ ਦੁਨੀਆ ਬਾਇਪੋਲਰ ਹੋ ਗਈ ਸੀ, ਦੋ ਧਰੁਵਾਂ ਦੇ ਵਿੱਚ ਵੰਡੀ ਗਈ ਸੀ। ਇੱਕ ਪੋਲ ਦਾ ਨੇਤਾ ਸੀਗਾ USA, ਇੱਕ ਪੋਲ ਦਾ ਨੇਤਾ ਸੀਗਾ USSR। ਕੋਲਡ ਵਾਰ ਚੱਲ ਰਿਹਾ ਸੀ, ਤਾਂ ਕੋਲਡ ਵਾਰ ਦੇ ਸਮੇਂ ਦੌਰਾਨ ਇਹਨਾਂ ਦੇ ਵਿਚਕਾਰ ਸਪੇਸ ਰੇਸ ਵੀ ਲੱਗੀ ਰਹੀ, ਇਹਨਾਂ ਵਿਚਕਾਰ ਆਰਮਜ਼ ਰੇਸ ਵੀ ਲੱਗੀ ਰਹੀ। ਤਾਂ ਇੰਡੀਆ ਵਰਗੇ ਦੇਸ਼ਾਂ ਨੇ, ਜਾਂ ਨਵੇਂ ਜਿਹੜੇ ਦੇਸ਼ ਆਜ਼ਾਦ ਹੋਏ, ਜਾਂ ਵਿਕਾਸਸ਼ੀਲ ਦੇਸ਼ਾਂ ਨੇ ਇਹ ਸੋਚਿਆ ਕਿ ਸਾਨੂੰ ਦੋਨਾਂ ਦੀ ਜ਼ਰੂਰਤ ਹੈ। ਸਾਨੂੰ USSR ਦੀ ਵੀ ਜ਼ਰੂਰਤ ਹੈ, ਸਾਨੂੰ USA ਦੀ ਵੀ ਜ਼ਰੂਰਤ ਹੈ। ਤਾਂ ਅਸੀਂ ਦੋਨਾਂ ਗਰੁੱਪਾਂ ਤੋਂ ਹੀ ਦੂਰ ਰਵਾਂਗੇ। ਤਾਂ ਦੋਨਾਂ ਮਿਲਟਰੀ ਬਲੋਕਸ ਤੋਂ ਦੂਰ ਰਹਿਣ ਵਾਸਤੇ ਜਿਹੜੀ ਨੀਤੀ ਬਣਾਈ ਗਈ, ਉਸੇ ਨੂੰ ਬੋਲਿਆ ਗਿਆ ਨੈਮ, ਨੌਨ ਅਲਾਈਨ ਮੂਵਮੈਂਟ। ਕਹਿਣ ਦਾ ਭਾਵ, ਅਸੀਂ ਦੋਨਾਂ ਦੇ ਹੀ ਅਲਾਈਜ਼ ਨਹੀਂ ਬਣਾਂਗੇ, ਦੋਨਾਂ ਦੇ ਹੀ ਮਿੱਤਰ ਨਹੀਂ ਬਣਾਂਗੇ, ਦੋਨਾਂ ਗਰੁੱਪਾਂ ਤੋਂ ਹੀ ਦੂਰ ਰਹਾਂਗੇ। ਤਾਂ ਇਸੇ ਨੂੰ ਬੋਲਿਆ ਗਿਆ ਨੌਨ ਅਲਾਈਨਮੈਂਟ, ਵੀ ਇਹ ਦੋ ਗੁੱਟ ਨੇਗੇ। ਪੰਜਾਬੀ 'ਚ ਬੋਲ ਸਕਦੇ ਹਾਂ ਆਪਾਂ ਵੀ ਇਹ ਦੋ ਗੁੱਟ ਨੇ, ਇਹਨਾਂ ਗੁੱਟਾਂ ਤੋਂ ਨਿਰਪੇਖ ਰਵਾਂਗੇ ਜਾਂ ਨਿਰਲੇਪ ਰਵਾਂਗੇ। ਇਸੇ ਨੂੰ ਬੋਲਿਆ ਗਿਆ ਗੁੱਟ ਨਿਰਲੇਪਤਾ ਦੀ ਨੀਤੀ। ਹਾਂਜੀ, ਹੋਰ ਆਪਾਂ ਗੱਲ ਕਰੀਏ ਤਾਂ ਇੰਡੀਆ ਦੇ ਜਿਹੜੇ ਗੁਆਂਢੀ ਦੇਸ਼ ਹੈ, ਜਦੋਂ ਮੋਦੀ ਜੀ ਆਏ ਤਾਂ ਉਹਨਾਂ ਨੇ ਪੋਲਿਸੀ ਲੈ ਕੇ ਆਂਦੀ ਨੇਬਰ ਫਸਟ ਪੋਲਿਸੀ, ਵੀ ਆਪਣੇ ਗੁਆਂਢੀ ਪਹਿਲਾਂ ਹੈ। ਜੇ ਗੁਆਂਢੀਆਂ ਦੇ ਨਾਲ ਕੋਈ ਆਪਣਾ ਡਿਸਪਿਊਟ ਚੱਲ ਰਿਹਾ ਹੈਗਾ, ਆਪਾਂ ਉਹ ਸੋਲਵ ਕਰਾਂਗੇ। ਵੈਸੇ ਇੰਡੀਆ ਦੇ ਗੁਆਂਢੀ ਦੇਸ਼ 7 ਨੇਗੇ, ਅਤੇ ਜੇ ਸ਼੍ਰੀਲੰਕਾ ਨੂੰ ਵੀ ਗਿਣ ਲਈਏ ਤਾਂ 8 ਹੋ ਜਾਂਦੇ ਹੈਗੇ। ਤਾਂ ਇੰਦਰ ਕੁਮਾਰ ਗੁਜਰਾਲ ਜੀ ਨੇ ਇੱਕ ਗੁਜਰਾਲ ਸਿਧਾਂਤ ਦਿੱਤਾ ਸੀਗਾ, ਉਹਨੂੰ ਬੋਲਿਆ ਜਾਂਦਾ ਗਾ ਲੁੱਕ ਈਸਟ ਪੋਲਿਸੀ। ਕਿ ਜਿਹੜੇ ਆਪਣੇ ਈਸਟ ਵਿੱਚ ਕੰਟਰੀਜ਼ ਨੇ, ਬੰਗਲਾਦੇਸ਼ ਨੂੰ ਵਿੱਚ ਸ਼ਾਮਿਲ ਕੀਤਾ ਜਾਂਦਾ ਗਾ। ਜਿਵੇਂ ਬੰਗਲਾਦੇਸ਼ ਹੋ ਗਿਆ, ਜਿਵੇਂ ਮਿਆਂਮਾਰ ਹੋ ਗਿਆ, ਜਿਵੇਂ ਥਾਈਲੈਂਡ ਹੋ ਗਿਆ, ਕੰਬੋਡੀਆ ਹੋ ਗਿਆ, ਲਾਓਸ ਹੋ ਗਿਆ। ਇਹ ਸਾਰੇ ਦੇਸ਼ ਕੀ ਹੈਗੇ, ਆਪਣੇ ਈਸਟ ਵਿੱਚ ਹੈਗੇ। ਤਾਂ ਉਹਨਾਂ ਦੇ ਵਿਚਕਾਰ ਆਪਾਂ ਵਧੀਆ ਰਿਲੇਸ਼ਨ ਬਣਾਈਏ, ਉਹਨਾਂ ਨਾਲ ਚੰਗੇ ਰਿਲੇਸ਼ਨ ਬਣਾਈਏ, ਟਰੇਡ ਰਿਲੇਸ਼ਨ ਬਣਾਈਏ, ਕਲਚਰਲ ਰਿਲੇਸ਼ਨ ਬਣਾਈਏ, ਤਾਂ ਕਿ ਉਹਨਾਂ ਦਾ ਵੀ ਵਿਕਾਸ ਹੋਵੇ ਅਤੇ ਆਪਣਾ ਵੀ ਵਿਕਾਸ ਹੋਵੇ। ਤਾਂ ਇਹ ਸੀਗੀ ਲੁੱਕ ਈਸਟ ਪੋਲਿਸੀ। ਬਾਅਦ 'ਚ ਮੋਦੀ ਨੇ ਇਹਦਾ ਨਾਮ ਕਰਤਾ ਐਕਟ ਈਸਟ ਪੋਲਿਸੀ। ਇਹ ਵੀ ਇੱਕ ਫੋਰਨ ਪੋਲਿਸੀ ਦਾ ਆਪਣਾ ਤਰੀਕਾ ਹੈਗਾ, ਜਾਂ ਕਹਿ ਲਓ ਫੋਰਨ ਪੋਲਿਸੀ ਦਾ ਹਿੱਸਾ ਹੈਗਾ ਹੈ, ਲੁੱਕ ਈਸਟ ਜਾਂ ਇੱਕ ਐਕਟ ਈਸਟ ਪੋਲਿਸੀ ਵੀ। ਇਸ ਤੋਂ ਇਲਾਵਾ ਇੰਡੀਆ ਐਂਟੀ ਟੈਰਰਿਜ਼ਮ ਹੈ ਵੀ। ਭਾਰਤ ਹਮੇਸ਼ਾ ਅੱਤਵਾਦ ਦੇ ਵਿਰੋਧ ਵਿੱਚ ਰਿਹਾ ਗਾ। ਤਾਂ ਅੱਤਵਾਦ ਦਾ ਵਿਰੋਧੀ ਹੈ, ਤਾਂ ਭਾਰਤ ਦੀ ਨੀਤੀ ਅੱਤਵਾਦ ਵਿਰੋਧੀ ਹੈਗੀ। ਅੱਤਵਾਦ ਦੀ ਹਮੇਸ਼ਾ ਹੀ ਆਪਾਂ ਨਿੰਦਿਆ ਕੀਤੀ ਹੈਗੀ। ਇਸ ਤੋਂ ਇਲਾਵਾ ਇੰਡੀਆ ਦੀ ਨੀਤੀ ਸ਼ਾਂਤੀ ਦੀ ਨੀਤੀ ਹੈ। ਭਾਰਤ ਚਾਹੁੰਦਾ ਦੁਨੀਆ ਦੇ ਵਿੱਚ ਸ਼ਾਂਤੀ ਰਹੇ। ਜਦੋਂ ਕੋਲਡ ਵਾਰ ਚੱਲ ਰਿਹਾ ਸੀਗਾ, ਇੰਡੀਆ ਨੇ ਤਾਂ ਹੀ ਨੈਮ ਬਣਾਇਆ ਕਿ ਉਹ ਕੋਈ ਵੀ ਯੁੱਧ ਜਾਂ ਥਰਡ ਵਰਲਡ ਵਾਰ ਨਹੀਂ ਚਾਹੁੰਦਾ ਸੀ। ਹਾਂਜੀ, ਇਸ ਤੋਂ ਇਲਾਵਾ ਜਦੋਂ ਕੋਲਡ ਵਾਰ ਦੇ ਦੌਰਾਨ ਬਹੁਤ ਜ਼ਿਆਦਾ ਹਥਿਆਰ ਬਣ ਰਹੇ ਸੀ, ਤਾਂ ਇੰਡੀਆ ਨੇ ਡਿਸਆਰਮਾਮੈਂਟ ਦੀ ਨੀਤੀ ਦਾ ਪੱਖ ਲਿਆ, ਵੀ ਡਿਸਆਰਮਾਮੈਂਟ ਹੋਣੇ ਚਾਹੀਦੇ, ਬਿਲਕੁਲ ਹਥਿਆਰ ਨਹੀਂ ਹੋਣੇ ਚਾਹੀਦੇ। ਤਾਂ ਇੰਡੀਆ ਦੀ ਹਥਿਆਰਾਂ ਨੂੰ ਘੱਟ ਕਰਨ ਦੀ ਨੀਤੀ ਹੈਗੀ। ਇਸ ਤੋਂ ਇਲਾਵਾ ਜਦੋਂ ਬਹੁਤ ਸਾਰੇ ਨਿਊਕਲੀਅਰ ਵੈਪਨ ਬਣ ਗਏ, ਤਾਂ ਇੰਡੀਆ ਨੂੰ ਵੀ ਮਜਬੂਰੀ 'ਚ ਨਿਊਕਲੀਅਰ ਵੈਪਨ ਬਣਾਉਣਾ ਪਿਆ। ਤਾਂ ਇੰਡੀਆ ਨੇ ਇਹ ਵੀ ਕਿਹਾ ਸੀ ਵੀ ਇਹ ਮੇਰੀ ਪੋਲਿਸੀ ਨੋ ਫਸਟ ਯੂਜ਼ ਰਹੂਗੀ, ਵੀ ਮੈਂ ਪਹਿਲਾਂ ਯੂਜ਼ ਨਹੀਂ ਕਰੂੰਗਾ। ਭਾਵੇਂ ਕਿ ਚਾਈਨਾ ਦੀ ਵੀ ਇਹ ਪੋਲਿਸੀ ਹੈਗੀ ਹੈ ਨੋ ਫਸਟ ਯੂਜ਼, ਪਰ ਇੰਡੀਆ ਦੀ ਪੋਲਿਸੀ ਵੀ ਨੋ ਫਸਟ ਯੂਜ਼ ਪੋਲਿਸੀ ਹੈਗੀ, ਕਿ ਮੈਂ ਪਹਿਲਾਂ ਨਿਊਕਲੀਅਰ ਵੈਪਨ ਦੇ ਨਾਲ ਹਮਲਾ ਕਿਸੇ ਵੀ ਦੇਸ਼ 'ਤੇ ਨਹੀਂ ਕਰੂੰਗਾ। ਇਹ ਸਾਰੀਆਂ ਆਪਣੀਆਂ ਵਿਦੇਸ਼ੀ ਨੀਤੀ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ। ਭਾਵੇਂ ਕਿ ਤੁਹਾਡੇ ਚੈਪਟਰ 'ਚ ਕੁਝ ਹੋਰ ਦਿੱਤੀਆਂ ਹੋਈਆਂ ਨੇ, ਆਪਾਂ ਉਹ ਚੈਪਟਰ ਦੇ ਅਕੋਰਡਿੰਗ ਹੀ ਚੱਲਾਂਗੇ ਜਿਹੜੀ ਤੁਹਾਨੂੰ ਜ਼ਰੂਰਤ ਆ। ਪਰ ਇਹ ਸਾਰੀਆਂ ਗੱਲਾਂ ਨੂੰ ਵਿਦੇਸ਼ ਨੀਤੀ ਬੋਲਿਆ ਜਾਂਦਾ ਹੈਗਾ, ਅਤੇ ਉਹਦੇ ਬਾਰੇ ਇਹ ਸਾਰਾ ਚੈਪਟਰ ਹੈਗਾ। ਹਾਂਜੀ, ਵੈਸੇ ਇਸ ਚੈਪਟਰ ਦੇ ਵਿੱਚ ਆਪਾਂ ਇੰਟਰਨਲ ਕੋਂਡਕਟ ਦੇ ਰੂਪ ਦੇ ਵਿੱਚ ਵੀ ਦੇਖਾਂਗੇ। ਫਿਰ ਆਪਾਂ ਨੈਮ ਬਾਰੇ ਦੇਖਾਂਗੇ, ਨੈਮ ਦਾ ਓਬਜੈਕਟਿਵ ਕੀ ਸੀਗੇ, ਨਹਿਰੂ ਜੀ ਦਾ ਰੋਲ ਕੀ ਆ ਉਹਦੇ 'ਚ ਬਣਾਉਣ ਦੇ ਵਿੱਚ। ਫਿਰ ਆਪਾਂ ਚਾਈਨਾ ਦੇ ਨਾਲ ਰਿਲੇਸ਼ਨ ਦੇਖਾਂਗੇ। ਫਿਰ ਚਾਈਨਾ ਨੇ ਆਪਣੇ 'ਤੇ ਇਨਵੇਡ ਕਰਤਾ ਸੀ 1962 ਦੇ ਵਿੱਚ, ਅਟੈਕ ਕਰਤਾ ਸੀ, ਉਹਦੇ ਬਾਰੇ ਦੇਖਾਂਗੇ। ਫਿਰ ਪਾਕਿਸਤਾਨ ਨਾਲ ਆਪਣੇ ਕਿੱਦਾਂ ਦੇ ਰਿਲੇਸ਼ਨ ਆ ਉਹ ਦੇਖਾਂਗੇ।
ਅਤੇ ਫਿਰ ਆਪਣੀ ਜਿਹੜੀ ਨਿਊਕਲੀਅਰ ਪੋਲਿਸੀ ਕੀ ਹੈਗੀ ਉਹਦੇ ਬਾਰੇ ਦੇਖਾਂਗੇ। ਇਹ ਸਾਰਾ ਕੁਝ ਤੁਹਾਡੇ ਚੈਪਟਰ ਦੇ ਵਿੱਚ ਹੈ, ਇਹ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਅਤੇ ਸ਼ੁਰੂ ਕਰਦੇ ਹਾਂ ਜੀ ਆਪਣਾ ਚੈਪਟਰ 4th ਅਤੇ ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅਤੇ ਹਾਂਜੀ, ਸਟਾਰਟ ਕਰ ਦਿਆਂਗੇ। ਇੰਡੀਆਜ਼ ਐਕਸਟਰਨਲ ਰਿਲੇਸ਼ਨ। ਸਭ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਕੰਟੈਕਸਟ, ਅੰਤਰਰਾਸ਼ਟਰੀ ਸੰਦਰਭ ਦੇ ਵਿੱਚ ਆਪਣੇ ਅੰਤਰਰਾਸ਼ਟਰੀ ਸੰਬੰਧ ਕਿੱਦਾਂ ਦੇ ਨੇ ਦੇਖਦੇ ਹਾਂ। ਪਹਿਲਾ ਪੁਆਇੰਟ ਹੈ ਵੀ ਵਿਚ ਟਾਈਪ ਆਫ ਰਿਲੇਸ਼ਨ ਇੰਡੀਆ ਹੈਜ਼ ਵਿਦ ਅਦਰ ਕੰਟਰੀ ਦੈਟ ਇਜ਼ ਕਾਲਡ ਐਕਸਟਰਨਲ ਰਿਲੇਸ਼ਨ। ਵੀ ਜਿਹੜੇ ਰਿਲੇਸ਼ਨ, ਜਿਹੜੀ ਕਿਸਮ ਦੇ ਰਿਲੇਸ਼ਨ ਭਾਰਤ ਦੂਜੇ ਦੇਸ਼ਾਂ ਨਾਲ ਬਣਾ ਕੇ ਰੱਖਦਾ ਗਾ ਉਹਨਾਂ ਨੂੰ ਐਕਸਟਰਨਲ ਰਿਲੇਸ਼ਨ ਕਹਿੰਦੇ ਹੈਗੇ। ਆਪਣੇ ਇੰਡੀਆ 'ਚ ਇੱਕ ਮਿਨਿਸਟਰੀ ਵੀ ਹੁੰਦੀ ਹੈ ਐਕਸਟਰਨਲ ਅਫੇਅਰ ਵਾਲੀ, ਇਹਨੂੰ ਵਿਦੇਸ਼ ਮੰਤਰੀ ਬੋਲ ਦਿੰਦੇ ਹੈਗੇ। ਹਾਂਜੀ, ਦੂਜਾ ਪੁਆਇੰਟ ਹੈ ਵੀ ਇੰਡੀਆ ਡਿਸਾਈਡਡ ਟੂ ਕੰਡਕਟ ਇਟਸ ਫੋਰਨ ਰਿਲੇਸ਼ਨ ਵਿਦ ਐਨ ਏਮ ਟੂ ਰਿਸਪੈਕਟ ਦਾ ਸੋਵਰਨਿਟੀ ਆਫ ਆਲ ਅਦਰ ਨੇਸ਼ਨਜ਼ ਐਂਡ ਟੂ ਅਚੀਵ ਸਿਕਿਉਰਿਟੀ ਥਰੂ ਦਾ ਮੇਨਟੇਨੈਂਸ ਆਫ ਪੀਸ। ਹਾਂਜੀ, ਇੰਡੀਆ ਨੇ ਇਹ ਫੈਸਲਾ ਲਿਆ ਕਿ ਉਹ ਫੋਰਨ ਪੋਲਿਸੀ ਜਾਂ ਕਹਿ ਲਓ ਵੀ ਫੋਰਨ ਰਿਲੇਸ਼ਨ ਬਣਾਉਣ ਦਾ ਇਹਦਾ ਏਮ ਹੈਗਾ, ਉਹ ਸਾਰੇ ਨੇਸ਼ਨ ਦੀ ਜਿਹੜੀ ਪ੍ਰਭੂ ਸੱਤਾ ਹੈ ਉਹਦਾ ਆਦਰ ਕਰਨਾ ਗਾ। ਅਤੇ ਉਸਨੇ ਸ਼ਾਂਤੀ ਦੀ ਨੀਤੀ 'ਤੇ ਚੱਲ ਕੇ ਸਭ ਦੀ ਸੁਰੱਖਿਆ ਨੂੰ ਪ੍ਰਾਪਤ ਕਰਨਾ ਗਾ ਜਾਂ ਆਪਣੇ ਦੇਸ਼ ਦੀ ਸੁਰੱਖਿਆ ਕਰਨੀ ਹੈ। ਹਾਂਜੀ, ਇਹ ਏਮ ਹੈ, ਸ਼ਾਂਤੀ ਨੀਤੀ 'ਤੇ ਚੱਲ ਕੇ ਉਹਦੀ ਸੁਰੱਖਿਆ ਕਰਨੀ ਹੈ ਅਤੇ ਸਾਰੇ ਦੇਸ਼ਾਂ ਦੀ ਸੋਵਰਨਿਟੀ ਦੀ ਕਦਰ ਕਰਨੀ ਹੈ। ਇਹ ਆਪਣਾ ਫੋਰਨ ਪੋਲਿਸੀ ਡਿਸਾਈਡ ਕਰੀ ਆ ਭਾਰਤ ਸਰਕਾਰ ਨੇ। ਅੱਗੇ ਵੀ the developing countries lack of the required resources to effectively advocate their concerns in international system, so they pursue more modest goals than the advanced states। ਬਿਲਕੁਲ ਵੀ ਇਹ ਕਹਿੰਦੇ ਹੈਗੇ ਵੀ ਜਿਹੜੇ ਡਿਵੈਲਪਿੰਗ ਕੰਟਰੀ ਨਾ, ਵਿਕਾਸਸ਼ੀਲ ਦੇਸ਼ ਹੈਗੇ, ਉਹਨਾਂ ਕੋਲ ਸੰਸਾਧਨਾਂ ਦੀ ਕਮੀ ਹੈਗੀ। ਇਸ ਕਰਕੇ ਉਹ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਚਿੰਤਾਵਾਂ ਨੇਗੀਆਂ, ਤਾਂ ਉਹ ਐਡਵਾਂਸ ਸਟੇਟਾਂ ਦੀ ਬਜਾਏ, ਐਡਵਾਂਸ ਸਟੇਟ ਜਿਹੜੀਆਂ ਚੀਜ਼ਾਂ ਅਚੀਵ ਕਰਨੀਆਂ ਚਾਹੁੰਦੀਆਂ ਉਹਨਾਂ ਦੀ ਬਜਾਏ ਉਹ ਥੋੜ੍ਹੀਆਂ ਘੱਟ ਵਿਕਸਿਤ ਚੀਜ਼ਾਂ ਨੂੰ ਲੈਣ ਦੇ ਉੱਤੇ ਧਿਆਨ ਦਿੰਦੇ ਰਹਿੰਦੇ ਹੈਗੇ। ਮੋਡੈਸਟ ਗੋਲ ਹੀ ਹੁੰਦੇ ਆ ਉਹਨਾਂ ਦੇ, ਜ਼ਿਆਦਾ ਵੱਡੇ ਗੋਲ ਨਹੀਂ ਹੁੰਦੇ ਹੈਗੇ। ਹਾਂਜੀ, ਅੱਗੇ ਵੀ 4 ਨੰਬਰ ਪੁਆਇੰਟ ਹੈਗਾ ਦੇ ਫੋਕਸ ਮੋਰ ਔਨ ਪੀਸ ਐਂਡ ਡਿਵੈਲਪਮੈਂਟ ਇਨ ਦੇਅਰ ਓਨ ਨੇਬਰਹੁੱਡ। ਅਤੇ ਉਹ ਜ਼ਿਆਦਾ ਫੋਕਸ ਕਾਹਦੇ 'ਤੇ ਕਰਦੇ ਹੈਗੇ, ਸ਼ਾਂਤੀ ਅਤੇ ਵਿਕਾਸ 'ਤੇ ਕਰਦੇ ਹੈਗੇ। ਜਿਵੇਂ ਕਿ ਉਹਨਾਂ ਦਾ ਨੇਬਰਹੁੱਡ ਕਰ ਰਿਹਾ ਹੈਗਾ, ਜਿਵੇਂ ਕਿ ਉਹਨਾਂ ਦੇ ਗੁਆਂਢੀ ਦੇਸ਼ ਕਰ ਰਹੇ ਆ। ਹਾਂਜੀ, ਆਪਣੇ ਗੁਆਂਢੀ ਦੇਸ਼ਾਂ ਨੂੰ ਦੇਖ ਕੇ ਹੀ ਉਹ ਸ਼ਾਂਤੀ ਅਤੇ ਵਿਕਾਸ ਕਰਦੇ ਆ। ਹਾਂਜੀ, ਅੱਗੇ ਦੇਅਰ ਇਕਨੋਮਿਕ ਐਂਡ ਸਿਕਿਉਰਿਟੀ ਡਿਪੈਂਡੈਂਸ ਔਨ ਦਾ ਮੋਰ ਪਾਵਰਫੁਲ ਸਟੇਟਸ ਇਨਫਲੂਐਂਸ ਦੇਅਰ ਫੋਰਨ ਪੋਲਿਸੀ। ਉਹਨਾਂ ਦੀ ਆਪਣੀ ਜਿਹੜੀ ਆਰਥਿਕਤਾ ਅਤੇ ਸਿਕਿਉਰਿਟੀ, ਪੰਜਾਬੀ ਬੋਲੀਏ ਤਾਂ ਆਰਥਿਕਤਾ ਅਤੇ ਜਿਹੜੀ ਸੁਰੱਖਿਆ ਹੈਗੀ, ਉਹ ਉਹਨਾਂ ਨੂੰ ਜਿਹੜੀ ਉਹਨਾਂ ਦੀ ਫੋਰਨ ਪੋਲਿਸੀ ਹੈਗੀ ਉਹਨੂੰ ਜ਼ਿਆਦਾ ਪਾਵਰਫੁਲ ਸਟੇਟ ਆ ਜਿਹੜੇ ਉਹ ਪ੍ਰਭਾਵਿਤ ਕਰਦੇ ਹੈਗੇ। ਜਿਹੜੀ ਕਿਸੇ ਦੇਸ਼ ਦੀ ਆਰਥਿਕਤਾ ਅਤੇ ਸੁਰੱਖਿਆ ਹੈ ਉਹ ਮੋਰ ਪਾਵਰਫੁਲ ਸਟੇਟ 'ਤੇ ਨਿਰਭਰ ਕਰਦੀ ਹੈ ਅਤੇ ਉਹਨੂੰ ਜਾਂ ਪ੍ਰਭਾਵਿਤ ਕਰਦੀ ਹੈ। ਇਹ ਜਿਹੜੀ ਇਹਨਾਂ ਦੀ ਪੋਲਿਸੀ ਹੈਗੀ, ਇਹ ਫੋਰਨ ਪੋਲਿਸੀ ਨੂੰ ਪ੍ਰਭਾਵਿਤ ਕਰਦੀ ਹੈਗੀ। ਇੱਕ ਤਕੜੇ ਦੇਸ਼ ਨੂੰ ਦੇਖ ਕੇ ਆਪਦੀ ਫੋਰਨ ਪੋਲਿਸੀ ਨਿਰਧਾਰਿਤ ਕਰਦੇ ਆ, ਜਿਹੜਾ ਕਿ ਸਿਕਿਉਰਿਟੀ ਪੱਖੋਂ ਅਤੇ ਆਰਥਿਕ ਪੱਖੋਂ ਜ਼ਿਆਦਾ ਮਜ਼ਬੂਤ ਹੈ, ਉਹਨੂੰ ਧਿਆਨ 'ਚ ਰੱਖ ਕੇ। ਹਾਂਜੀ, ਇਹ ਇੱਕ ਇੰਟਰਨਲ ਕੰਟੈਕਸਟ ਹੈ। ਇਹਦੇ ਵਿੱਚ ਬੱਚਿਓ ਇਹ ਦੱਸਿਆ ਗਿਆ ਹੈਗਾ ਕਿ ਕੋਈ ਵੀ ਦੇਸ਼ ਆਪਦੀ ਫੋਰਨ ਪੋਲਿਸੀ ਨੂੰ ਕਿਸ ਤਰ੍ਹਾਂ ਡਿਸਾਈਡ ਕਰਦਾ ਗਾ। ਹਾਂਜੀ, ਅੱਗੇ ਆ ਗਿਆ ਬੱਚਿਓ ਦਾ ਪੋਲਿਸੀ ਆਫ ਨੋਨ ਅਲਾਈਨਮੈਂਟ। ਹੁਣ ਆਪਾਂ ਨੈਮ ਬਾਰੇ ਕਰਾਂਗੇ। ਜਿਹੜਾ ਨੈਮ ਸੀਗਾ ਵੀ ਨੋਨ ਅਲਾਈਨ ਮੂਵਮੈਂਟ, ਇਹਨੂੰ ਥਰਡ ਵਰਲਡ ਕੰਟਰੀ ਵੀ ਬੋਲਿਆ ਜਾਂਦਾ ਹੈਗਾ, ਕਿਉਂਕਿ ਕੋਲਡ ਵਾਰ ਦੇ ਈਰਾ ਦੌਰਾਨ ਇੱਕ ਦੋ ਗੁੱਟ ਬਣ ਗਏ ਸੀਗੇ। ਇੱਕ ਗਰੁੱਪ ਦਾ ਨਾਮ ਸੀਗਾ USA, ਇੱਕ ਗਰੁੱਪ ਦਾ ਨਾਮ ਸੀਗਾ USSR। ਜਿਹੜੇ ਨਵੇਂ ਨਵੇਂ ਦੇਸ਼ ਆਜ਼ਾਦ ਹੁੰਦੇ ਸੀਗੇ, ਉਹ USA ਚਾਹੁੰਦਾ ਸੀ ਉਹ ਮੇਰੀ ਪੋਲਿਸੀ ਨੂੰ ਅਡੋਪਟ ਕਰੇ, ਕਿਉਂਕਿ ਕੋਲਡ ਵਾਰ ਦੇ ਦੌਰਾਨ ਇਹਨਾਂ ਦੇ ਵਿਚਕਾਰ ਜਿਹੜੀ ਲੜਾਈ ਚੱਲੀ ਸੀ ਉਹ ਵਿਚਾਰਧਾਰਾ ਲੜਾਈ ਸੀਗੀ, ਆਈਡੀਓਲੋਜੀਕਲ ਵਾਰ ਸੀਗਾ ਉਹ। ਤਾਂ USA ਚਾਹੁੰਦਾ ਸੀ ਉਹ ਮੇਰੀ ਆਈਡੀਓਲੋਜੀ ਨੂੰ ਫੋਲੋ ਕਰਨ, ਕੈਪੀਟਲਿਜ਼ਮ ਨੂੰ। ਨਵੇਂ ਦੇਸ਼ ਆਜ਼ਾਦ ਹੋਏ ਜਿਹੜੇ ਅਫਰੀਕਾ ਜਾਂ ਏਸ਼ੀਆ ਦੇ, ਅਤੇ USSR ਚਾਹੁੰਦਾ ਸੀ ਉਹ ਮੇਰੀ ਪੋਲਿਸੀ ਨੂੰ ਅਡੋਪਟ ਕਰਨ, ਜਿਹੜੀ ਕਿ ਸੋਸ਼ਲਿਜ਼ਮ ਦੀ ਪੋਲਿਸੀ ਸੀਗੀ। ਹਾਂਜੀ, ਤਾਂ ਬਹੁਤ ਸਾਰੇ ਦੇਸ਼ USA ਨਾਲ ਜੁੜ ਗਏ, ਬਹੁਤ ਸਾਰੇ ਦੇਸ਼ USSR ਨਾਲ ਜੁੜ ਗਏ। ਪਰ ਇੰਡੀਆ, ਇੰਡੋਨੇਸ਼ੀਆ, ਇਜਿਪਟ, ਯੂਗੋਸਲਾਵੀਆ ਅਤੇ ਘਾਨਾ ਇਹ ਕਹਿੰਦੇ ਵੀ ਨਹੀਂ, ਅਸੀਂ ਨਾ ਇਹ ਗਰੁੱਪ ਨਾਲ ਜੁੜਨਾ ਗਾ, ਨਾ ਆਹ ਗਰੁੱਪ ਨਾਲ ਜੁੜਨਾ ਗਾ, ਅਸੀਂ ਦੋਨਾਂ ਗਰੁੱਪਾਂ ਤੋਂ ਹੀ ਦੂਰ ਰਹਿਣਾ ਗਾ ਅਤੇ ਅਸੀਂ ਬਣਾਵਾਂਗੇ ਨੈਮ। ਤਾਂ ਇਹਨਾਂ ਨੇ 1955 'ਚ ਬੈਂਡੰਗ ਕਾਨਫਰੰਸ ਕਰਕੇ
ਇੱਕ ਆਰਗੇਨਾਈਜੇਸ਼ਨ ਬਣਾਈ, ਇਹਦਾ ਨਾਂ ਰੱਖਿਆ ਗਿਆ ਨੈਮ। ਹਾਂਜੀ, ਅਤੇ ਇਸੇ ਨੂੰ ਬੋਲਿਆ ਜਾਂਦਾ ਨੋਨ ਅਲਾਈਨ ਮੂਵਮੈਂਟ, ਅਤੇ ਪੰਜਾਬੀ 'ਚ ਬੋਲਿਆ ਜਾਂਦਾ ਗੁੱਟ ਨਿਰਲੇਪਤਾ ਦੀ ਨੀਤੀ। ਹਾਂਜੀ, ਇਹ ਫੋਰਨ ਪੋਲਿਸੀ ਦਾ ਬਹੁਤ ਵੱਡਾ ਅੰਗ ਹੈ, ਇੰਡੀਅਨ ਫੋਰਨ ਪੋਲਿਸੀ ਦਾ। ਅੱਜ ਦੇਖਦੇ ਹਾਂ, the first object was to follow NAM, not to join either the military blocs formed by USA and USSR। ਪਹਿਲਾ ਇਹਦਾ ਮੇਨ ਆਬਜੈਕਟਿਵ ਇਹੀ ਹੈ ਵੀ ਨੈਮ ਦਾ, ਕਿ ਆਪਾਂ ਕਿਸੇ ਵੀ ਮਿਲਟਰੀ ਬਲੋਕ ਨੂੰ ਜੁਆਇਨ ਨਹੀਂ ਕਰਨਾ, ਭਾਵੇਂ ਉਹ USA ਨੇ ਬਣਾਇਆ ਗਾ ਚਾਹੇ USSR ਨੇ ਬਣਾਇਆ ਗਾ। ਦੇਖੋ ਬੱਚੇ, ਉਹਨਾਂ ਨੇ ਮਿਲਟਰੀ ਅਲਾਇੰਸ ਵੀ ਬਣਾਏ ਸੀ, ਜਿਵੇਂ USA ਨੇ ਨੇਟੋ ਬਣਾਇਆ ਸੀਗਾ ਅਤੇ USSR ਨੇ ਵਾਰਸਾ ਪੈਕਟ ਬਣਾਇਆ ਸੀਗਾ। ਹਾਂਜੀ, ਦੂਜਾ ਪੁਆਇੰਟ ਹੈ ਵੀ ਇੰਡੀਆ ਗੈਟ ਏਡ ਐਂਡ ਅਸਿਸਟੈਂਸ ਫਰੋਮ ਮੈਂਬਰ ਆਫ ਬੋਥ ਦਾ ਬਲੋਕਸ। ਇੰਡੀਆ ਦੋਨਾਂ ਤੋਂ ਹੀ ਸਹਾਇਤਾ ਪ੍ਰਾਪਤ ਕਰੇਗਾ, ਗ੍ਰਾਂਟ ਵੀ ਪ੍ਰਾਪਤ ਕਰੇਗਾ, ਦੋਨਾਂ ਬਲੋਕਸ ਤੋਂ ਪ੍ਰਾਪਤ ਕਰੇਗਾ। ਕਹਿਣ ਦਾ ਮਤਲਬ ਇਹ ਹੈ ਵੀ ਨਾ, ਦੋਨਾਂ ਗਰੁੱਪਾਂ ਤੋਂ ਆਪਾਂ ਦੂਰ ਵੀ ਹਾਂ, ਮਿਲਟਰੀ ਗਰੁੱਪਸ ਤੋਂ ਦੂਰ ਵੀ ਹਾਂ, ਅਤੇ ਦੋਨਾਂ ਦੇ ਆਪਾਂ ਨੇੜੇ ਵੀ ਹਾਂ। ਹਾਂਜੀ, ਆਪਾਂ ਦੋਨਾਂ ਤੋਂ ਹੀ ਫਾਇਦੇ ਲੈਣੇ ਹੈਗੇ। ਹਾਂਜੀ, ਹੁਣ ਨਹਿਰੂ ਜੀ ਦਾ ਕੀ ਰੋਲ ਰਿਹਾ ਵੀ, ਅਗਲਾ ਪੁਆਇੰਟ ਹੈ ਨਹਿਰੂਜ਼ ਰੋਲ। ਨਹਿਰੂ ਜੀ ਦਾ ਰੋਲ ਕੀ ਰਿਹਾ ਨੈਮ ਨੂੰ ਬਣਾਉਣ ਦੇ ਵਿੱਚ। ਪਹਿਲਾ ਪੁਆਇੰਟ ਹੈ ਵੀ JL Nehru was the country's PM from 1946 to 1964 and was also the foreign minister of India। ਜਿਹੜੇ ਜਵਾਹਰ ਲਾਲ ਨਹਿਰੂ ਸੀਗੇ, ਇਹ ਭਾਰਤ ਦੇ ਪ੍ਰਧਾਨ ਮੰਤਰੀ ਸੀਗੇ 1946 ਤੋਂ ਲੈ ਕੇ 64 ਤੱਕ, ਅਤੇ ਇਹ ਵਿਦੇਸ਼ ਮੰਤਰੀ ਵੀ ਰਹੇ ਨੇ ਅੱਗੇ ਵੀ। The three major objectives of Nehru's foreign policy were to protect the hard-earned sovereignty, protect territorial integrity, and rapid economic development। ਇਹਨਾਂ ਦੇ ਤਿੰਨ ਮੇਜਰ ਓਬਜੈਕਟਿਵ ਸੀਗੇ ਵੀ ਨਹਿਰੂ ਦੀ ਫੋਰਨ ਪੋਲਿਸੀ ਦੇ। ਉਹ ਚਾਹੁੰਦੇ ਸੀਗੇ, ਇੱਕ ਤਾਂ ਆਪਾਂ ਆਪਦੀ ਪ੍ਰਭੂ ਸੱਤਾ ਦੀ ਰੱਖਿਆ ਕਰਨੀ ਹੈ, ਦੂਸਰਾ ਆਪਾਂ ਦੇਸ਼ ਦੇ ਵਿੱਚ ਟੈਰੀਟੋਰੀਅਲ ਇੰਟੀਗ੍ਰਿਟੀ ਨੂੰ ਬਣਾ ਕੇ ਰੱਖਣਾ ਗਾ, ਦੇਸ਼ ਦੀ ਅਖੰਡਤਾ ਨੂੰ ਬਣਾ ਕੇ ਰੱਖਣਾ ਗਾ, ਅਤੇ ਇੱਕ ਬਹੁਤ ਤੇਜ਼ੀ ਦੇ ਨਾਲ ਆਰਥਿਕ ਵਿਕਾਸ ਕਰਨਾ ਗਾ। ਇਹ ਤਿੰਨ ਪਾਲਿਸੀਆਂ ਸੀ ਇਹਨਾਂ ਦੀਆਂ। ਅੱਗੇ ਵੀ Nehru wished to achieve these objectives through the strategy of non-alignment। ਨਹਿਰੂ ਜੀ ਚਾਹੁੰਦੇ ਸੀਗੇ, ਉਹਨਾਂ ਦੀ ਇੱਛਾ ਸੀਗੀ ਕਿ ਉਹਨਾਂ ਨੇ ਇਹ ਤਿੰਨੇ ਆਬਜੈਕਟਿਵ ਹੈ ਨਾ ਜਿਹੜੇ, ਨੋਨ ਅਲਾਈਨਮੈਂਟ ਸਟ੍ਰੈਟਜੀ ਨੂੰ ਅਪਣਾ ਕੇ ਲੈ ਕੇ ਆਉਣੇ ਹੈਗੇ, ਅਚੀਵ ਕਰਨੇ ਹੈਗੇ। ਹਾਂਜੀ, ਅਗਲਾ ਵੀ ਅਤੇ ਲਾਸਟ ਪੁਆਇੰਟ ਹੈਗਾ, ਫਾਊਂਡਿੰਗ ਮੈਂਬਰ ਕੰਟਰੀਜ਼ ਆਫ ਨੈਮਸ ਆਰ ਇੰਡੀਆ, ਇਜਿਪਟ, ਇੰਡੋਨੇਸ਼ੀਆ, ਘਾਨਾ, ਯੂਗੋਸਲਾਵੀਆ। ਵੈਸੇ ਜਿਹੜੀ ਇਹ ਵਾਲੀ ਆ ਨਾ ਆਪਣੀ ਨੈਮ ਹੈ, ਇਹ 1955 'ਚ ਬੈਂਡਿੰਗ ਕਾਨਫਰੰਸ ਦੇ ਵਿੱਚ ਇਹਦੀ ਨੀਂਹ ਰੱਖਤੀ ਸੀ, ਪਰ ਇਹ ਬਣਿਆ ਤਾਂ 1961 ਦੇ ਵਿੱਚ ਜਾ ਕੇ ਹੈ। ਅਤੇ ਜੇ ਆਪਾਂ ਕੋਲਡ ਵਾਰ ਦੇ ਈਰਾ ਦੀ ਗੱਲ ਕਰੀਏ, ਤਾਂ ਕੋਲਡ ਵਾਰ ਦਾ ਈਰਾ ਸੀਗਾ 1945 ਤੋਂ ਲੈ ਕੇ 1991 ਤੱਕ। ਤਾਂ ਉਸ ਸਮੇਂ ਦੌਰਾਨ 61 ਦੇ ਵਿੱਚ ਨੈਮ ਬਣ ਗਿਆ, ਤਾਂ ਇਹਨਾਂ ਨੂੰ ਥਰਡ ਵਰਲਡ ਕੰਟਰੀ ਬੋਲਿਆ ਜਾਊਗਾ। USA ਦੇ ਬਲੋਕ ਨੂੰ ਫਸਟ ਵਰਲਡ ਬੋਲਦੇ ਸੀਗੇ, ਅਤੇ USSR ਦੇ ਬਲੋਕ ਨੂੰ ਸੈਕਿੰਡ ਵਰਲਡ ਬੋਲਦੇ ਸੀਗੇ, ਅਤੇ ਨੈਮ ਵਾਲੇ ਕੰਟਰੀ ਨੂੰ ਥਰਡ ਵਰਲਡ ਬੋਲਦੇ ਸੀਗੇ। ਅਤੇ ਇਹ ਵੀ ਬੋਲਿਆ ਜਾਂਦਾ ਵੀ ਪਹਿਲੇ ਦੋਨੋਂ ਵਰਲਡ ਆ ਜਿਹੜੇ, ਉਹ ਕੀ ਸੀਗੇ, ਵਿਕਸਿਤ ਦੇਸ਼ ਸੀਗੇ, ਅਤੇ ਇਹ ਵਿਕਾਸਸ਼ੀਲ ਦੇਸ਼ ਸੀਗੇ, ਇਹ ਵੀ ਬੋਲਿਆ ਜਾਂਦਾ ਜੀ। ਹਾਂਜੀ ਬੱਚਿਓ, ਅੱਗੇ ਵੱਧਦੇ ਹਾਂ। ਐਫਰੋ ਏਸ਼ੀਅਨ ਯੂਨਿਟੀ ਦੇ ਵਿੱਚ ਹੀ ਇਹਨੂੰ ਬਣਾਇਆ ਗਿਆ ਸੀਗਾ। ਹਾਂਜੀ, ਵੈਸੇ ਤੁਸੀਂ ਲੀਡਰ ਵੀ ਯਾਦ ਰੱਖ ਸਕਦੇ ਹੋਗੇ, ਜਿਵੇਂ ਜਵਾਹਰ ਲਾਲ ਨਹਿਰੂ ਜੀ ਆਪਣੇ ਇੰਡੀਆ ਦੇ ਲੀਡਰ ਸੀਗੇ, ਜਿਹੜੇ ਕਿ ਨੈਮ ਨੂੰ ਬਣਾਉਣਾ ਚਾਹੁੰਦੇ ਸੀਗੇ। ਇਸ ਤੋਂ ਇਲਾਵਾ ਇੰਡੋਨੇਸ਼ੀਆ ਦੇ ਸੀਗੇ ਸੁਕਾਰਨੋ, ਅਤੇ ਯੂਗੋਸਲਾਵੀਆ ਦੇ ਸੀਗੇ ਮਾਰਸ਼ਲ ਟੀਟੋ, ਐਂਡ ਇਜਿਪਟ ਦੇ ਸੀਗੇ ਗੈਮਲ ਨੇਸਰ, ਅਤੇ ਘਾਨਾ ਦੇ ਸੀਗੇ ਨੁਕਰਮਾ। ਹਾਂਜੀ, ਇਹ ਫਾਊਂਡਿੰਗ ਮੈਂਬਰ ਵੀ ਸੀਗੇ, ਫਾਊਂਡਿੰਗ ਲੀਡਰ ਵੀ ਸੀਗੇ। ਇਹ ਤੁਸੀਂ ਲਿਖ ਸਕਦੇ ਹੋ, ਤੁਹਾਨੂੰ ਵਧੀਆ ਨੰਬਰ ਆ ਸਕਦੇ ਹੈਗੇ ਜੇ ਤੁਸੀਂ ਲਿਖੋਗੇ। ਹਾਂਜੀ, ਅੱਗੇ ਵੀ ਐਫਰੋ ਏਸ਼ੀਅਨ ਯੂਨਿਟੀ। ਦੇਖੋ ਬੱਚਿਓ, ਜਦੋਂ ਇਹ ਨੈਮ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ, ਤਾਂ ਉਦੋਂ ਜਦੋਂ UNO ਬਣਿਆ 1945 ਦੇ ਵਿੱਚ, ਸੈਕਿੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ, ਤਾਂ ਬਹੁਤ ਜ਼ਿਆਦਾ ਕੋਸ਼ਿਸ਼ ਹੋ ਰਹੀ ਸੀ ਵੀ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਆਜ਼ਾਦ ਕੀਤਾ ਜਾਵੇ, ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੂੰ ਆਜ਼ਾਦ ਕੀਤਾ ਜਾਵੇ। ਤਾਂ ਨਵੇਂ ਨਵੇਂ ਦੇਸ਼ ਆਜ਼ਾਦ ਹੋ ਰਹੇ ਸੀਗੇ, ਏਸ਼ੀਆ ਦੇ ਬਹੁਤ ਸਾਰੇ ਦੇਸ਼ ਆਜ਼ਾਦ ਹੋਏ, ਅਫਰੀਕਾ ਦੇ ਬਹੁਤ ਸਾਰੇ ਦੇਸ਼ ਆਜ਼ਾਦ ਹੋਏ। ਤਾਂ ਉਹਨਾਂ ਸਾਹਮਣੇ ਆਪਸ਼ਨਾਂ ਸੀਗੀਆਂ ਕਿ ਉਹ USA ਦੇ ਬਲੋਕ ਨੂੰ ਜੁਆਇਨ ਕਰਨ, ਜਾਂ USSR ਦੇ ਬਲੋਕ ਨੂੰ ਜੁਆਇਨ ਕਰਨ, ਜਾਂ ਉਹ ਨੈਮ ਨੂੰ ਅਪਣਾ ਲੈਣ। ਹਾਂਜੀ, ਉਹਨਾਂ ਨੇ ਕਿਹੜੀ ਫੋਰਨ ਪੋਲਿਸੀ ਅਡੋਪਟ ਕਰਨੀ ਹੈ, ਇਹ ਉਹਨਾਂ ਦੇ ਸਾਹਮਣੇ ਇੱਕ ਕੁਐਸਚਨ ਸੀਗਾ। ਤਾਂ ਉਹ ਸਾਰੀਆਂ ਗੱਲਾਂ ਲਿਖੀਆਂ ਇਹਦੇ 'ਚ। ਦੇਖਦੇ ਹਾਂ ਵੀ ਨਹਿਰੂ ਐਸਟੈਬਲਿਸ਼ਮੈਂਟ ਆਫ ਕੰਟੈਕਟ ਬਿਟਵੀਨ ਇੰਡੀਆ ਐਂਡ ਅਦਰ ਨਿਊਲੀ ਇੰਡੀਪੈਂਡੈਂਟ ਸਟੇਟਸ ਇਨ ਏਸ਼ੀਆ ਐਂਡ ਅਫਰੀਕਾ। ਨਹਿਰੂ ਜੀ ਨੇ ਇੰਡੀਆ
ਅਤੇ ਹੋਰ ਜਿਹੜੇ ਨਵੇਂ ਦੇਸ਼ ਆਜ਼ਾਦ ਹੋਏ ਆ ਏਸ਼ੀਆ ਅਤੇ ਅਫਰੀਕਾ ਕੰਟੀਨੈਂਟ ਦੇ ਵਿੱਚ, ਉਹਨਾਂ ਦੇ ਨਾਲ ਆਪਣੇ ਕੰਟੈਕਟ ਬਣਾਉਣੇ ਸ਼ੁਰੂ ਕੀਤੇ। ਇੰਡੀਆ ਕਨਵੀਨ ਦਾ ਏਸ਼ੀਅਨ ਰਿਲੇਸ਼ਨ ਕਾਨਫਰੰਸ ਇਨ ਮਾਰਚ 1947। ਇੰਡੀਆ ਦੇ ਵਿੱਚ ਇੱਕ ਏਸ਼ੀਅਨ ਰਿਲੇਸ਼ਨ ਕਾਨਫਰੰਸ ਹੋਈ ਸੀ ਮਾਰਚ 1947 ਦੇ ਵਿੱਚ। ਇੰਡੀਆ ਵਾਜ ਏ ਸਟੌਂਚ ਸਪੋਰਟਰ ਆਫ ਡੀਕੋਲੋਨਾਈਜੇਸ਼ਨ ਪ੍ਰੋਸੈਸ ਐਂਡ ਫਰਮਲੀ ਅਪੋਰਡ ਰੇਸਿਜ਼ਮ ਸਪੈਸ਼ਲੀ ਅਪਾਰਥਿਡ ਇਨ ਸਾਊਥ ਅਫਰੀਕਾ। ਇੰਡੀਆ ਵੀ ਡੀਕੋਲੋਨਾਈਜ਼ ਪ੍ਰੋਸੈਸ ਦਾ ਜਿਹੜਾ ਸੀਗਾ ਸਪੋਰਟਰ ਸੀਗਾ। ਦੇਖੋ, ਇੰਡੀਆ ਕੀ ਸੀਗਾ, ਬ੍ਰਿਟੇਨ ਦੀ ਕਲੋਨੀ ਸੀ। ਕਲੋਨੀ ਮੀਨਜ਼ ਆਪਾਂ ਉਹਨਾਂ ਦੇ ਗੁਲਾਮ ਸੀਗੇ। ਤਾਂ ਜਿਵੇਂ ਇੰਡੀਆ ਨੂੰ ਉਹਨਾਂ ਨੇ ਇੱਕ ਕਲੋਨੀ ਬਣਾਇਆ ਸੀਗਾ, ਇੰਡੀਆ 'ਤੇ ਉਹਨਾਂ ਨੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤਰੀਕੇ ਦੇ ਨਾਲ ਬਲ ਜਾਂ ਛਲ ਦੇ ਨਾਲ ਕਬਜ਼ਾ ਕੀਤਾ। ਇੱਥੇ ਆਪਦੀ ਸਰਕਾਰ ਸਥਾਪਿਤ ਕੀਤੀ। ਇੰਡੀਆ ਤੋਂ ਬਹੁਤ ਸਾਰੀਆਂ ਚੀਜ਼ਾਂ ਬਾਹਰ ਕੱਢੀਆਂ, ਬਾਹਰ ਮਤਲਬ ਕਿ ਬਹੁਤ ਸਾਰੇ ਰਿਸੋਰਸ ਇੱਥੋਂ ਲੈ ਕੇ ਗਏ, ਜਾਂ ਰॉ ਮਟੀਰੀਅਲ ਦੇ ਰੂਪ ਦੇ ਵਿੱਚ ਲੈ ਕੇ ਗਏ। ਆਪਣੇ ਦੇਸ਼ ਦੇ ਵਿੱਚ ਉਹਨਾਂ ਨੂੰ ਮੈਨੂਫੈਕਚਰ ਕੀਤਾ, ਕੀਤਾ, ਪ੍ਰੋਸੈਸ ਕਰਕੇ ਇੰਡੀਆ 'ਚ ਵਾਪਸ ਵੇਚਤਾ। ਇਸ ਤਰ੍ਹਾਂ ਇੰਡੀਆ ਨੇ ਇੱਕ ਕਲੋਨੀ ਬਣਾਇਆ ਹੋਇਆ ਸੀਗਾ। ਤਾਂ ਹੋਰ ਵੀ ਬਹੁਤ ਸਾਰੇ ਦੇਸ਼, ਫਰਾਂਸ ਨੇ, ਯੂਰਪੀਅਨ ਪਾਵਰਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਣੀਆਂ ਕਲੋਨੀਆਂ ਬਣਾਈਆਂ ਸੀ। ਅਤੇ ਡੀਕੋਲੋਨਾਈਜ਼ ਮਤਲਬ ਉਹਨਾਂ ਨੂੰ ਆਜ਼ਾਦ ਕਰਨਾ ਗਾ। ਤਾਂ ਇੰਡੀਆ ਬਹੁਤ ਹੀ ਸਖਤ ਸਪੋਰਟਰ ਸੀ ਇਸ ਗੱਲ ਦਾ ਕਿ ਬਹੁਤ ਸਾਰੇ ਦੇਸ਼ਾਂ ਨੂੰ ਡੀਕੋਲੋਨਾਈਜ਼ ਕੀਤਾ ਜਾਵੇ, ਆਜ਼ਾਦ ਕੀਤਾ ਜਾਵੇ। ਹਾਂਜੀ, ਦੂਸਰਾ, ਇੰਡੀਆ ਅਪਾਰਥਾਈਡ ਦਾ ਵਿਰੋਧ ਕਰ ਰਿਹਾ ਸੀਗਾ, ਜਿਹੜਾ ਸਾਊਥ ਅਫਰੀਕਾ ਚੱਲ ਰਿਹਾ ਸੀ, ਜਿਹੜਾ ਨਸਲੀ ਭੇਦਭਾਵ ਚੱਲ ਰਿਹਾ, ਹੋਰ ਦੇਸ਼ਾਂ ਦੇ ਵਿੱਚ ਵੀ ਚੱਲ ਰਿਹਾ ਹੈਗਾ, ਤਾਂ ਇੰਡੀਆ ਉਹਨਾਂ ਦਾ ਵੀ ਵਿਰੋਧ ਕਰਦਾ ਸੀਗਾ। ਦ ਐਫਰੋ ਏਸ਼ੀਅਨ ਕਾਨਫਰੰਸ ਹੈਲਡ ਇਨ ਦਾ ਇੰਡੋਨੇਸ਼ੀਆ ਸਿਟੀ ਆਫ ਬੈਂਡੰਗ ਇਨ 1955। ਇੱਕ ਐਫਰੋ ਏਸ਼ੀਅਨ ਕਾਨਫਰੰਸ ਹੋਈ ਸੀਗੀ, ਇਹ ਇੰਡੋਨੇਸ਼ੀਆ ਦੇ ਸ਼ਹਿਰ ਬੈਂਡੰਗ ਦੇ ਵਿੱਚ ਹੋਈ ਸੀ 1955 ਦੇ ਵਿੱਚ। ਦ ਇਸਟੇਬਲਿਸ਼ਮੈਂਟ ਆਫ ਦਾ ਨੈਮ ਵਾਜ ਆਲਸੋ ਹੈਲਡ ਇਨ ਐਫਰੋ ਏਸ਼ੀਅਨ ਕਾਨਫਰੰਸ। ਜਿਹੜੀ ਨੈਮ ਹੈ ਉਹ ਐਫਰੋ ਏਸ਼ੀਅਨ ਕਾਨਫਰੰਸ ਦੇ ਵਿੱਚ ਹੀ ਬਣਾਈ ਗਈ ਸੀ, 1955 ਦੇ ਵਿੱਚ ਹੀ ਬਣਾਈ ਗਈ ਸੀ। ਠੀਕ ਹੈ ਜੀ। ਹਾਂਜੀ, ਨੈਮ ਦੇ ਫਾਊਂਡਿੰਗ ਮੈਂਬਰ ਤੁਹਾਨੂੰ ਦੱਸ ਚੁੱਕਿਆ ਗਾ, ਅਤੇ ਫਾਊਂਡਿੰਗ ਕੰਟਰੀ ਕਿਹੜੀ ਕਿਹੜੀ ਵੀ ਦੱਸ ਚੁੱਕੇ ਹਾਂ, ਪਰ ਬਾਅਦ ਦੇ ਵਿੱਚ ਇਹਨਾਂ ਬਹੁਤ ਸਾਰੇ ਦੇਸ਼ ਇਹਨਾਂ ਨੂੰ ਜੁਆਇਨ ਕਰ ਜਾਂਦੇ ਹੈਗੇ। ਨੈਮ ਨੂੰ ਕਾਫੀ ਦੇਸ਼ ਜਿਹੜੇ ਜੁਆਇਨ ਕਰ ਜਾਂਦੇ ਹੈਗੇ। ਹਾਂਜੀ ਬੱਚੋ, ਅੱਜ ਆਪਾਂ ਇੱਥੋਂ ਤੱਕ ਹੀ ਕਰਾਂਗੇ। ਇੱਕ ਵੀਡੀਓ ਆਪਾਂ ਇਸ ਚੈਪਟਰ ਦੀ ਹੋਰ ਲੈ ਕੇ ਆਵਾਂਗੇ, ਜਿਹਦੇ ਵਿੱਚ ਆਪਾਂ ਚਾਈਨਾ ਦੇ ਅਟੈਕ ਬਾਰੇ, ਚਾਈਨਾ ਨੇ ਇਨਵੇਡ ਕੀਤਾ ਸੀ ਇੰਡੀਆ ਨੂੰ, ਚਾਈਨਾ ਰਿਲੇਸ਼ਨ ਕਿੱਦਾਂ ਦੇ ਆਪਣੇ, ਪਾਕਿਸਤਾਨ ਨਾਲ ਰਿਲੇਸ਼ਨ ਕਿੱਦਾਂ ਦੇ ਆਪਣੇ, ਅਤੇ ਆਪਣੀ ਨਿਊਕਲੀਅਰ ਪੋਲਿਸੀ ਕਿੱਦਾਂ ਦੀ ਹੈਗੀ, NPT ਬਾਰੇ ਵੀ ਆਪਾਂ ਦੱਸਾਂਗੇ। ਉਹ ਸਾਰੀਆਂ ਚੀਜ਼ਾਂ ਕਰਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।